ਪ੍ਰਾਈਮ ਟਾਈਮ ਦੇ ਵਿੱਚ ਅੱਜ ਕੱਲ ਦਿਨ ਦੀ ਸਭ ਤੋਂ ਵੱਡੀ ਖਬਰ ਦੀ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਵੱਡਾ ਚਿਹਰਾ, ਨਵਜੋਤ ਸਿੰਘ ਸਿੱਧੂ ਸਾਬਕਾ ਕ੍ਰਿਕਟਰ, ਨਵਜੋਤ ਸਿੰਘ ਸਿੱਧੂ ਬੀਜੇਪੀ ਦਾ ਇੱਕ ਵੱਡਾ ਚਿਹਰਾ ਰਹੇ, ਪਰ ਹੁਣ 1 ਸਾਲ ਦੀ ਸਜ਼ਾ ਕੈਦੇ ਬਾਮਸ਼ੱਕਤ ਸੁਪਰੀਮ ਕੋਰਟ ਦੇ ਵੱਲੋਂ ਸੁਣਾਈ ਗਈ ਹੈ। ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ 34 ਸਾਲ ਪੁਰਾਣੇ 1988 ਦੇ ਰੋਡ ਰੇਸ ਦੇ ਮਾਮਲੇ ਦੇ ਵਿੱਚ 1 ਸਾਲ ਦੀ ਕਠੋਰ ਸਜ਼ਾ ਸੁਣਾਈ ਹੈ। ਪੀੜਤ ਪਰਿਵਾਰ ਦੇ ਵੱਲੋਂ ਪਾਈ ਰਿਵਿਊ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਕੋਰਟ ਨੇ ਪੁਰਾਣੇ ਫੈਸਲੇ ਨੂੰ ਪਲਟਦਿਆਂ ਇਹ ਸਜ਼ਾ ਸੁਣਾਈ। 34 ਸਾਲ ਪੁਰਾਣੇ ਰੋਡ ਰੇਜ ਕੇਸ ਦੇ ਵਿੱਚ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਹੋਈ ਹੈ। ਪੀੜਤ ਪਰਿਵਾਰ ਦੀ ਰਿਵਿਊ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਿੱਧੂ ਨੂੰ ਕਸੂਰਵਾਰ ਮੰਨਦਿਆਂ 1 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਸਿੱਧੂ ਦੇ ਲਈ ਕਠੋਰ ਸਜ਼ਾ ਵਾਲਾ ਸ਼ਬਦ ਵਰਤਿਆ ਹੈ। ਸਿੱਧੂ ਨੂੰ ਆਈਪੀਸੀ ਦੀ ਧਾਰਾ 323 ਦੇ ਤਹਿਤ ਸਜ਼ਾ ਸੁਣਾਈ ਗਈ ਹੈ, ਜੋ ਵੱਧ ਤੋਂ ਵੱਧ 1 ਸਾਲ ਦੀ ਹੁੰਦੀ ਹੈ। हमारा काम है पार्टी को न्याय दिलाना। ये जो न्याय है ये कोर्ट ने दिया है, जिसके अंदर कोर्ट ने जो पहली जजमेंट थी जिसमें 1000 रुपया उनको जुर्माना देके छोड़ दिया गया था, अब सुप्रीम कोर्ट ने फैसला रिव्यू किया है और रिव्यू करते कहे उन्होंने कहा है कि अब इसको 1 साल की आरआई रिगरस इम्प्रिजनमेंट में जाना पड़ेगा। ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਕਿ ਉਹ ਕੋਰਟ ਦੇ ਆਰਡਰ ਦੀ ਪੜਚੋਲ ਕਰਨਗੇ ਅਤੇ ਫਿਰ ਅੱਗੇ ਦੇ ਕਾਨੂੰਨੀ ਰਸਤੇ ਤਲਾਸ਼ੇ ਜਾਣਗੇ। जहां तक सिद्धू केस का सवाल है, मैं ये स्पष्ट करना चाहता हूं कि ये बहुत अपवाद होता है, बहुत कभी कभी होता है, बहुत रेयर होता है कि फौजदारी मुकदमे में सेंटेंस के विषय में पुनर्विचार हो। इस बार हुआ है। जाहिर है उच्चतम न्यायालय को लगा कि कई गलतियां हैं। मैं समझता हूं निर्णय को ध्यान से विश्लेषण करने के बाद जो रेमेडीज हैं वो की जाएंगी। ਸੁਪਰੀਮ ਕੋਰਟ ਨੇ ਸਿੱਧੂ ਦੇ ਕੇਸ ਦੇ ਵਿੱਚ ਜੱਜਮੈਂਟ ਦਿੰਦਿਆਂ ਇੱਕ ਸ਼ਲੋਕ ਦਾ ਵੀ ਜ਼ਿਕਰ ਕੀਤਾ ਹੈ, ਜਿਸ ਦਾ ਮਤਲਬ ਸੀ ਨਿਆਂ ਕਰ ਰਹੇ ਸ਼ਖਸ ਨੂੰ ਧਰਮ ਸ਼ਾਸਤਰ ਦੇ ਮੁਤਾਬਕ ਦੋਸ਼ੀ ਦੀ ਉਮਰ, ਵਕਤ ਅਤੇ ਸਮਰੱਥਾ ਦਾ ਖਿਆਲ ਰੱਖਦੇ ਹੋਏ ਸਜ਼ਾ ਸੁਣਾਉਣੀ ਚਾਹੀਦੀ ਹੈ। ਸਜ਼ਾ ਅਜਿਹੀ ਨਾ ਹੋਵੇ ਕਿ ਦੋਸ਼ੀ ਦੀ ਜਾਨ ਲੈ ਲਵੇ, ਪਰ ਅਜਿਹੀ ਹੋਵੇ ਜੋ ਉਸ ਨੂੰ ਪਛਤਾਵਾ ਕਰਵਾਏ। ਤਣਾਅ ਦੀ ਵਜ੍ਹਾ ਬਣਨ ਵਾਲੀ ਸਜ਼ਾ ਨਹੀਂ ਸੁਣਾਉਣੀ ਚਾਹੀਦੀ। ਨਵਜੋਤ ਸਿੱਧੂ ਦੇ ਖਿਲਾਫ ਰੋਡ ਰੇਜ ਵਾਲੇ ਕੇਸ ਵਿੱਚ ਕਈ ਉਤਰਾਅ ਚੜ੍ਹਾਅ ਆਏ। 1988 ਦੇ ਵਿੱਚ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ ਸਿੱਧੂ ਦੀ ਬਹਿਸ ਹੋਈ। ਸਿੱਧੂ ਤੇ ਗੁਰਨਾਮ ਸਿੰਘ ਦੇ ਵਿਚਾਲੇ ਬਹਿਸ ਹੱਥੋਂ ਪਾਈ ਤੱਕ ਪਹੁੰਚ ਗਈ, ਜਿਸ ਵਿੱਚ 65 ਸਾਲਾ ਗੁਰਨਾਮ ਸਿੰਘ ਨੂੰ ਸੱਟਾਂ ਲੱਗੀਆਂ ਅਤੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਸਿੱਧੂ ਖਿਲਾਫ ਕੇਸ ਦਰਜ ਹੋਇਆ, ਪਰ ਟ੍ਰਾਇਲ ਕੋਰਟ ਨੇ ਸਿੱਧੂ ਨੂੰ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ। ਫਿਰ 2006 ਦੇ ਵਿੱਚ ਹਾਈ ਕੋਰਟ ਨੇ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ। ਸਿੱਧੂ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ। ਸੁਪਰੀਮ ਕੋਰਟ ਨੇ 15 ਮਈ 2018 ਨੂੰ ਆਪਣਾ ਫੈਸਲਾ ਸੁਣਾਇਆ ਅਤੇ 1000 ਰੁਪਏ ਦਾ ਜੁਰਮਾਨਾ ਲਾ ਕੇ ਸਿੱਧੂ ਨੂੰ ਬਰੀ ਕਰ ਦਿੱਤਾ। ਪਰ ਹੁਣ ਪੀੜਤ ਪਰਿਵਾਰ ਨੇ ਰਿਵਿਊ ਪਟੀਸ਼ਨ ਪਾਈ ਸੀ, ਜਿਸ ਤੇ ਸੁਪਰੀਮ ਕੋਰਟ ਨੇ ਆਪਣੇ ਪੁਰਾਣੇ ਫੈਸਲੇ ਨੂੰ ਪਲਟਦਿਆਂ ਸਿੱਧੂ ਨੂੰ 1 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਦਿੱਲੀ ਤੋਂ ਸੁਸ਼ੀਲ ਪਾਂਡੇ, ਨਿਊਜ਼ 18। ਤਾਂ ਕੈਦੇ ਬਾਮਸ਼ੱਕਤ ਦੀ ਸਜ਼ਾ ਅਦਾਲਤ ਦੇ ਵੱਲੋਂ ਸੁਣਾ ਦਿੱਤੀ ਗਈ ਨਵਜੋਤ ਸਿੰਘ ਸਿੱਧੂ ਨੂੰ, ਪਰ ਜੇਲ੍ਹ ਦੀ ਸਜ਼ਾ ਦੇ ਐਲਾਨ ਦੇ ਉੱਤੇ ਸਿੱਧੂ ਨੇ ਫਿਲਹਾਲ ਚੁੱਪੀ ਹੀ ਸਾਧੀ ਹੋਈ ਹੈ। ਹਾਂ, ਇੱਕ ਟਵੀਟ ਦੇ ਜ਼ਰੀਏ ਇਹਨਾਂ ਜ਼ਰੂਰ ਲਿਖਿਆ ਕਿ ਅਦਾਲਤ ਦਾ ਫੈਸਲਾ ਸਿਰ ਮੱਥੇ। ਪਰ ਜਦੋਂ ਪੱਤਰਕਾਰਾਂ ਨੇ ਪਟਿਆਲਾ ਦੇ ਵਿੱਚ ਸਿੱਧੂ ਨੂੰ ਸਜ਼ਾ ਬਾਰੇ ਸਵਾਲ ਕੀਤਾ ਤਾਂ ਸਿੱਧੂ ਨੇ ਸਿਰਫ ਕਿਹਾ ਨੋ ਕਮੈਂਟ, ਯਾਨੀ ਕਿ ਸਿੱਧੇ ਤੌਰ ਤੇ ਸਿੱਧੂ ਕੁਝ ਵੀ ਬੋਲਣ ਤੋਂ ਬਚਦੇ ਹੋਏ ਹੀ ਨਜ਼ਰ ਆਏ। नो कमेंट, नो कमेंट। लीगल एंगल कुछ रेमेडीज आप लीगल नो कमेंट, लीगल रेमेडीज सर कोई सिर्फ लीगल टीम में कंसल्ट कर रहे हो की रिपोर्ट रहेगा। नो कमेंट, नो कमेंट। लीगल एंगल कुछ रेमेडीज आप नो कमेंट, लीगल रेमेडीज कुछ सर कोई सिर्फ लीगल टीम में कंसल्ट कर रहे हो की रिपोर्ट रहेगा। नो कमेंट, नो कमेंट। लीगल एंगल कुछ रेमेडीज आप नो कमेंट, लीगल रेमेडीज कुछ सर कोई सिर्फ लीगल टीम में कंसल्ट कर रहे हो की रिपोर्ट रहेगा। ਤਾਂ ਸਿੱਧੂ ਨੇ ਬਸ ਇੱਕ ਟਵੀਟ ਹੀ ਕੀਤਾ, ਜਿਸ ਦੇ ਵਿੱਚ ਲਿਖਿਆ ਕਿ ਮੈਨੂੰ ਕਾਨੂੰਨ ਦਾ ਫੈਸਲਾ ਸਵੀਕਾਰ ਹੈ। ਪਰ ਸਿੱਧੂ ਜਦੋਂ ਮੀਡੀਆ ਦੇ ਸਾਹਮਣੇ ਆਏ, ਕਿਉਂਕਿ ਲਾਲ ਸਿੰਘ ਦੀ ਕੋਠੀ ਦੇ ਵਿੱਚ ਮੌਜੂਦ ਸੀ, ਉੱਥੇ ਮੀਡੀਆ ਦਾ ਜਮਾਵੜਾ ਲੱਗ ਗਿਆ। ਬਾਹਰ ਆਏ ਤਾਂ ਫਿਰ ਸਿੱਧੂ ਨੂੰ ਸਵਾਲ ਕੀਤਾ ਗਿਆ ਤਾਂ ਸਿੱਧੂ ਬੋਲੇ नो कमेंट्स।
ਤਾਂ ਸੁਪਰੀਮ ਕੋਰਟ ਦੇ ਵੱਲੋਂ ਸਿੱਧੂ ਨੂੰ ਸਜ਼ਾ ਸੁਣਾਈ ਜਾਣ ਦੇ ਬਾਅਦ ਵਿਰੋਧੀਆਂ ਦੇ ਨਾਲ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਵੀ ਸਿੱਧੂ ਨੂੰ ਘੇਰਿਆ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਸੁਣਾਏ ਫੈਸਲੇ ਦਾ ਸਵਾਗਤ ਹੋ ਰਿਹਾ। ਚਲੋ ਪ੍ਰਮਾਤਮਾ ਨੇ ਕਾਂਗਰਸ ਦੀ ਸੁਣ ਲਈ ਕਿਉਂਕਿ ਹਾਈ ਕਮਾਂਡ ਦੇ ਵਿੱਚ ਜਾਨ ਹੈ ਨਹੀਂ ਪਾਰਟੀ ਚੋਂ ਕੱਢਣ ਦੀ। ਆ ਗਿਆ, ਮੈਂ ਤੇ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਕਿ ਸਾਡੇ ਕੋਲ ਬਿਪਤਾ ਲਾ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੂੰ ਰੋਡਰੇਜ ਮਾਮਲੇ 'ਚ 1 ਸਾਲ ਦੀ ਦੇਖੋ ਬੜੇ ਦੇਰ ਦੇ ਉਹ ਪਰਿਵਾਰ ਇਨਸਾਫ ਦੀ ਗੱਲ ਕਰ ਰਿਹਾ ਸੀ, आज सुप्रीम कोर्ट ने इंसाफ किया है। अगर आज नवजोत सिंह सिद्धू को सजा न मिलती तो परिवार के लोगों के और देश के मन में एक बात रहती कि जो आदमी टीवी चैनल पर आकर बड़े फकर से बोल रहा है कि मैंने ये गुनाह किया, अब उसको भी सजा ना अगर देश में मिले तो लोगों का देश के कानून से विश्वास उठ जाता। ठीक है, 1 साल की सजा बहुत कम है, लेकिन कम से कम आज एक बात स्टैब्लिश होगी कि सिद्धू एक कातिल है, नवजोत सिंह सिद्धू इज अ मर्डरर। ਮਾਨਯੋਗ ਸੁਪਰੀਮ ਕੋਰਟ ਨੇ ਸਿੱਧੂ ਸਾਹਿਬ ਨੂੰ ਲੈ ਕੇ ਇੱਕ ਫੈਸਲਾ ਸੁਣਾਇਆ। ਇੱਕ ਬੜਾ ਪੁਰਾਣਾ ਕੇਸ ਉਹਨਾਂ ਤੇ ਚੱਲ ਰਿਹਾ ਸੀ ਔਰ ਉਹਦੇ ਤੇ ਉਹਨਾਂ ਨੇ ਇੱਕ ਸੈਂਟੈਂਸ ਵੀ ਜਿਹੜਾ ਹੈ ਉਹਨਾਂ ਨੂੰ ਦਿੱਤੀ ਹੈ ਔਰ ਲਾ ਅਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਸਿੱਧੂ ਸਾਹਿਬ ਜ਼ਰੂਰ ਉਸ ਫੈਸਲੇ ਨੂੰ ਮੰਨਣਗੇ। ਤਾਂ ਨਵਜੋਤ ਸਿੰਘ ਸਿੱਧੂ ਦੇ ਸਾਥੀ ਵੀ ਇਸ ਸਮੇਂ ਯਾਨੀ ਕਿ ਕਾਂਗਰਸੀ ਵੀ ਸਿੱਧੂ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ। ਵਿਰੋਧੀਆਂ ਨੇ ਤਾਂ ਬਖਸ਼ਣਾ ਕਿੱਥੇ ਸੀ। ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਈਸਟ ਤੋਂ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਸਿੱਧੂ ਕੋਰਟ ਦੇ ਫੈਸਲੇ ਦਾ ਸਨਮਾਨ ਕਰਨ ਤੇ ਨਾਲ ਹੀ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ। ਮਾਨਯੋਗ ਸੁਪਰੀਮ ਕੋਰਟ ਨੇ ਸਿੱਧੂ ਸਾਹਿਬ ਦੇ ਇੱਕ ਬਹੁਤ ਪੁਰਾਣੇ ਕੇਸ ਵਿੱਚ ਉਹਨਾਂ ਨੂੰ ਇੱਕ ਫੈਸਲਾ ਸੁਣਾਇਆ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਿੱਧੂ ਸਾਹਿਬ ਇੱਕ ਲਾਅ ਅਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਉਹਨੂੰ ਸਵੀਕਾਰਨਗੇ ਔਰ ਜਿੱਥੇ ਤੱਕ ਪੀੜਤ ਪਰਿਵਾਰ ਦੀ ਗੱਲ ਹੈ ਤਾਂ ਦੇਰ ਆਏ ਦਰੁਸਤ ਆਏ ਪਰ ਪਰਿਵਾਰ ਦੇ ਨਾਲ ਇਨਸਾਫ ਹੋਇਆ ਹੈ ਔਰ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਤਾਂ ਸਾਡੇ ਸਾਰਿਆਂ ਦੇ ਹੀ ਸਿਰ ਮੱਥੇ ਹੋਣਾ ਚਾਹੀਦਾ ਹੈ। ਤਾਂ ਵਿਰੋਧੀਆਂ ਦੇ ਵੱਲੋਂ ਬਿਆਨ ਆ ਰਹੇ ਨੇ ਖੈਰ ਅਦਾਲਤ ਦਾ ਫੈਸਲਾ ਹੈ ਤੇ ਹਰ ਕਿਸੇ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਹੀ ਹੁੰਦਾ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਰਨਾ ਹੋਏਗਾ। ਪਰ ਇਸ ਸਭ ਦੇ ਵਿਚਾਲੇ ਹੁਣ ਗੱਲ ਉਸ ਪੀੜਤ ਪਰਿਵਾਰ ਦੀ ਵੀ ਜੋ 1988 ਤੋਂ ਲੈ ਕੇ 2022 ਤੱਕ ਅਦਾਲਤਾਂ ਦੇ ਬੂਹੇ ਖੜਕਾਉਂਦਾ ਰਿਹਾ ਤੇ ਅਦਾਲਤਾਂ ਦੇ ਚੱਕਰ ਲਗਾਉਂਦਾ ਰਿਹਾ। ਜੀ ਹਾਂ, ਨਿਊਜ਼ 18 ਦੇ ਉੱਤੇ ਪੀੜਤ ਪਰਿਵਾਰ ਨੇ ਗੱਲਬਾਤ ਕੀਤੀ, ਪਹਿਲਾ ਬਿਆਨ ਦਿੱਤਾ ਤੇ ਇਹ ਕਿਹਾ ਕਿ ਉਹ ਸੰਤੁਸ਼ਟ ਨੇ ਇਸ ਫੈਸਲੇ ਤੋਂ। ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਹੈ, ਇਹ ਪੀੜਤ ਪਰਿਵਾਰ ਦਾ ਬਿਆਨ ਹੈ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਤੇ ਕਿਹਾ ਕਿ ਜੋ ਰੱਬ ਨੇ ਕੀਤਾ ਠੀਕ ਕੀਤਾ, ਧੰਨਵਾਦ ਰੱਬ ਦਾ ਵੀ ਤੇ ਧੰਨਵਾਦ ਸੁਪਰੀਮ ਕੋਰਟ ਦਾ ਵੀ। ਇੱਥੇ ਕਾਬਿਲੇ ਗੌਰ ਇਹ ਵੀ ਹੈ ਕਿ ਪੀੜਤ ਪਰਿਵਾਰ ਨੇ ਇਹ ਵੀ ਕਿਹਾ ਜਦੋਂ ਸਾਡੇ ਸਹਿਯੋਗੀ ਪੰਕਜ ਕਪਾਹੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਪੀੜਤ ਪਰਿਵਾਰ ਨੇ ਕਿਹਾ ਕਿ ਸਿੱਧੂ ਨੇ ਨਾ 34 ਸਾਲਾਂ ਦੇ ਵਿੱਚ ਇੱਕ ਵਾਰ ਵੀ ਆ ਕੇ ਪਰਿਵਾਰ ਦੇ ਨਾਲ ਗੱਲ ਨਹੀਂ ਕੀਤੀ, ਪੀੜਤ ਪਰਿਵਾਰ ਦੇ ਨਾਲ ਗੱਲ ਨਹੀਂ ਕੀਤੀ। बाद सुप्रीम कोर्ट ने फैसला सुनाया और नवजोत सिंह सिद्धू ਨੂੰ 1 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਮੇਰੇ ਨਾਲ ਉਹ ਵਿਕਟਿਮ ਪਰਿਵਾਰ ਆ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਉਸ ਦਿਨ ਕੀ ਹੋਇਆ ਸੀਗਾ। ਨੂੰਹ ਨੇ ਗੁਰਨਾਮ ਸਿੰਘ ਹੋਰਾਂ ਦੀ 34 ਸਾਲ ਕੋਰਟ ਚੱਲਿਆ, ਕੇਸ ਚੱਲਿਆ। ਪਹਿਲਾਂ ਸੁਪਰੀਮ ਕੋਰਟ ਨੇ ਸਿਰਫ ਜੁਰਮਾਨਾ ਲਗਾਇਆ, ਫਿਰ ਤੁਸੀਂ ਦੁਬਾਰਾ ਐਪਲੀਕੇਸ਼ਨ ਲਗਾ ਦਿੱਤੀ ਗਈ, ਹੁਣ 1 ਸਾਲ ਦੀ ਸਜ਼ਾ ਹੋਈ। ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? We are thankful to the Supreme Court and God. Thank you. 34 ਸਾਲ ਦੀ ਇਹ ਲੜਾਈ ਲੱਗਦਾ ਸੀਗਾ ਕਿ ਸਜ਼ਾ ਹੋ ਸਕਦੀ ਹੈ ਜਾਂ ਨਵਜੋਤ ਸਿੰਘ ਸਿੱਧੂ ਨੇ 34 ਸਾਲ ਚ ਕਦੀ ਤੁਹਾਡੇ ਨਾਲ ਗੱਲਬਾਤ ਕੀਤੀ? ਬਹੁਤ ਉੱਪਰ ਨੀਚੇ ਹੁੰਦਾ ਹੈ but we have faith in God and law. That's all. ਕਿਉਂਕਿ 1 ਸਾਲ ਦੀ ਸਜ਼ਾ 34 ਸਾਲ ਬਾਅਦ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ? ਬਾਬਾ ਜੀ ਦਾ ਥੈਂਕਸ ਕਰ ਰਹੇ ਆ ਔਰ ਇਟਸ ਓਕੇ ਜੋ ਸੁਪਰੀਮ ਕੋਰਟ ਨੇ ਕੀਤਾ, ਵੀ ਆਰ ਹੈਪੀ ਵਿਦ ਦੈਟ, ਸੈਟੀਸਫਾਈਡ। ਤੁਹਾਡੇ ਹਸਬੈਂਡ ਨੇ ਤੁਹਾਡੇ ਨਾਲ ਕਈ ਵਾਰ ਗੱਲਬਾਤ ਕੀਤੀ ਹੋਣੀ ਹੈ ਕਿਉਂਕਿ ਇੱਥੋਂ ਦੀ ਥੋੜੀ ਕਿਲੋਮੀਟਰ ਦੀ ਦੂਰੀ ਦਾ ਰਸਤਾ ਹੈ ਸ਼ੇਰਾਂਵਾਲਾ ਚੌਂਕ, ਉੱਥੇ ਧੱਕਾ ਮੁੱਕੀ ਹੋਈ ਸੀਗੀ। ਨਵਜੋਤ ਸਿੰਘ ਸਿੱਧੂ ਹਮੇਸ਼ਾ ਆਪਣਾ ਪੱਖ ਰੱਖਦੇ ਰਹੇ ਹੈ ਕਿ ਉਸ ਵੇਲੇ ਕੁਝ ਹੋਇਆ, ਮਤਲਬ ਮੌਤ ਉਹਨਾਂ ਦੀ ਉਸ ਲੜਾਈ ਦੀ ਵਜ੍ਹਾ ਕਰਕੇ ਨਹੀਂ ਹੋਈ। ਉਸ ਵੇਲੇ ਦਾ ਵਾਕਿਆ ਕਈ ਵਾਰ ਅੱਖਾਂ ਦੇ ਸਾਹਮਣੇ ਆਉਂਦਾ ਹੋਣਾ, ਕੀ ਕੁਝ ਹੋਇਆ ਸੀ? ਉਹਨਾਂ ਨੇ ਆਪਣੇ ਮੂੰਹ ਨਾਲ ਖੁਦ ਕਬੂਲ ਕੀਤਾ। ਐਨਡੀਟੀ ਟੀਵੀ ਦਾ ਕਲਿੱਪ ਹੈ, ਤੁਸੀਂ ਉਹ ਦੇਖ ਲਓ, ਤੁਹਾਨੂੰ ਸਮਝ ਆ ਜਾਊਗਾ। ਮੈਂ ਹੁਣ ਇਹਦੇ ਬਾਰੇ ਕੀ, ਉਹਨਾਂ ਨੇ ਖੁਦ ਹੀ ਕਬੂਲ ਕੀਤਾ ਆਪਣੀ ਗਲਤੀ। ਤੁਸੀਂ ਸੰਤੁਸ਼ਟ ਹੋ ਸੁਪਰੀਮ ਕੋਰਟ ਦੇ ਇਸ ਫੈਸਲੇ? ਹਾਂਜੀ ਹਾਂ, ਵੀ ਆਰ ਸੈਟੀਸਫਾਈਡ। ਇਹ ਤੁਹਾਡੇ ਬੇਟੇ ਨੇ? ਇਹ ਬੇਟਾ ਮੇਰਾ ਉਹ ਹੈ, ਇਹ ਮੇਰੇ ਬ੍ਰਦਰ ਇਨ ਲਾਅ ਦਾ ਬੇਟਾ। ਤੁਸੀਂ ਕਿਵੇਂ ਦੇਖਦੇ ਹੋ 34 ਸਾਲ ਬਾਅਦ 1 ਸਾਲ ਦੀ ਸਜ਼ਾ ਸੁਣਾਈ ਗਈ ਹੈ, ਇਸ ਪੂਰੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ? ਕਿਉਂਕਿ ਇਸ ਤੋਂ ਪਹਿਲਾਂ ਜੁਰਮਾਨਾ ਲੱਗਾ ਸੀ, ਫਿਰ ਪੁਨਰ ਵਿਚਾਰ ਐਪਲੀਕੇਸ਼ਨ ਲਗਾਈ ਗਈ ਤੁਹਾਡੇ ਵੱਲੋਂ।
ਅਸੀਂ ਜੀ ਪਹਿਲਾਂ ਵੀ ਸ਼ੁਕਰ ਕੀਤਾ, ਅੱਜ ਵੀ ਸ਼ੁਕਰ ਕਰਦੇ ਹਾਂ, ਕੱਲ੍ਹ ਨੂੰ ਵੀ ਸ਼ੁਕਰ ਕਰਾਂਗੇ ਉਸ ਪ੍ਰਮਾਤਮਾ ਦਾ ਜੀ। ਪਰ ਬਾਕੀ ਚਲੋ ਦਾਦਾ ਜੀ ਵਾਪਸ ਤਾਂ ਨਹੀਂ ਆ ਸਕਦੇ, ਪਰ ਜੋ ਸੁਪਰੀਮ ਕੋਰਟ ਨੇ ਕੀਤਾ ਜੀ ਉਹਦੇ ਨਾਲ ਸ਼ੁਕਰ ਸੈਟੀਸਫਾਈ ਹਾਂ ਜੀ ਅਸੀਂ। ਹੁਣ ਸੁਪਰੀਮ ਕੋਰਟ ਤੋਂ ਉੱਪਰ ਤਾਂ ਕੋਈ ਨਿਆਂ ਹੈ ਨਹੀਂ, ਬਾਕੀ ਉਹ ਰੱਬ ਪਰਮਾਤਮਾ ਜਾਣਦੇ ਨੇ ਜੋ। ਨਵਜੋਤ ਸਿੰਘ ਸਿੱਧੂ ਨਾਲ ਕਦੀ ਗੱਲਬਾਤ ਹੋਈ ਸੀਗੀ? ਨਹੀਂ, ਉਹਨਾਂ ਨਾਲ ਕਦੀ ਸਾਡੀ ਗੱਲਬਾਤ ਹੋਣੀ ਹੈ ਜੀ, ਕੋਈ ਗੱਲਬਾਤ ਨਹੀਂ। ਨਵਜੋਤ ਸਿੰਘ ਸਿੱਧੂ ਬਾਰੇ ਤੁਹਾਡੀ ਰਾਏ ਕੀ? ਕਿਉਂਕਿ ਕੋਈ ਕ੍ਰਿਕਟਰ ਮੰਨਦਾ ਹੈ, ਕੋਈ ਪੋਲੀਟੀਸ਼ੀਅਨ ਮੰਨਦਾ ਹੈ, ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਇੱਕ ਪਰਿਵਾਰ ਕਿਵੇਂ ਦੇਖਦੇ ਹੋ? ਅਸੀਂ ਤਾਂ ਜੀ ਉਵੇਂ ਦੇਖਦੇ ਹਾਂ ਜਿਵੇਂ ਤੂੰ ਦਾਦਾ ਜੀ ਨਾਲ ਸਾਡੇ ਨਾਲ ਹੋਇਆ ਹੀ। ਹੁਣ ਜੋ ਜਿਵੇਂ ਮਰਜ਼ੀ ਦੇਖੀ, ਸਾਡੇ ਵਾਸਤੇ ਤਾਂ ਸਾਡੇ ਵਾਸਤੇ ਬਹੁਤ ਘਾਟੇ ਦੀ ਗੱਲ ਸੀ ਨਾ ਜੀ, ਦਾਦਾ ਜੀ ਉਸ ਟਾਈਮ 'ਚ ਜਾਣਾ ਜੀ। ਤਾਂ ਪਰਿਵਾਰ ਸੰਤੁਸ਼ਟ ਨਜ਼ਰ ਆ ਰਿਹਾ ਤੇ ਇਸ ਵਿਚਾਲੇ ਪਰਿਵਾਰ ਇਹ ਵੀ ਦੱਸ ਰਿਹਾ ਕਿ ਨਵਜੋਤ ਸਿੰਘ ਸਿੱਧੂ ਨਹੀਂ ਆਏ ਕਦੇ ਵੀ ਮੁਲਾਕਾਤ ਦੇ ਲਈ। ਉਧਰ ਨਵਜੋਤ ਸਿੰਘ ਸਿੱਧੂ ਤੇ ਸਵਾਲ ਚੁੱਕਣ ਵਾਲੀ ਚੋਣਾਂ ਦੇ ਦੌਰਾਨ ਉਹਨਾਂ ਦੀ ਸਿਸਟਰ ਸਾਹਮਣੇ ਆਈ ਸੀ, ਸੁਮਨ ਤੂਰ। ਉਹਨਾਂ ਨੇ ਕੋਰਟ ਦੇ ਸਜ਼ਾ ਵਾਲੇ ਫੈਸਲੇ ਦੇ ਉੱਤੇ ਕਿਹਾ ਹੈ ਕਿ ਪਰਿਵਾਰ ਦੇ ਲਈ ਇਹ ਮੁਸ਼ਕਲ ਘੜੀ ਹੈ। ਅੱਜ ਦਾ ਦਿਨ ਬਹੁਤ ਸੈਡ ਡੇ ਹੈ, ਬਹੁਤ ਦੁੱਖ ਵਾਲਾ ਦਿਨ ਹੈ ਮੇਰਾ ਤੇ ਮੇਰੇ ਪਰਿਵਾਰ ਲਈ। ਮੈਂ ਸਵੇਰ ਉੱਠੀ ਤਾਂ ਮੈਂ ਸੁਪਰੀਮ ਕੋਰਟ ਦਾ ਡਿਸੀਜਨ ਪੜ੍ਹਿਆ। ਮੇਰੇ ਬੱਚੇ, ਮੇਰੇ ਛੋਟੇ ਭਰਾ ਸ਼ਹਿਰੀ ਦੇ ਬਾਰੇ, ਜਿਵੇਂ ਕੋਈ ਪਹਾੜ ਡਿੱਗ ਗਿਆ ਹੁੰਦਾ ਕਿਸੇ ਤੇ। ਇਹ ਪਹਾੜ ਹੀ ਹੈ ਮੇਰੇ ਤੇ ਮੇਰੇ ਸਾਰੇ ਪਰਿਵਾਰ ਲਈ। ਮੈਨੂੰ ਰੱਬ ਤੇ ਪੂਰਾ ਭਰੋਸਾ ਹੈ, ਰੱਬ ਸਾਨੂੰ ਤਾਕਤ ਦੇਗਾ, ਸਾਨੂੰ ਸਭ ਨੂੰ ਮਿਲ ਕੇ ਅਸੀਂ ਇਹ ਜਿਹੜਾ ਪਹਾੜ ਸਾਡੇ ਤੇ ਡਿੱਗਿਆ ਉਹਨੂੰ ਬਰਦਾਸ਼ਤ ਕਰਨ ਦੀ ਤੇ ਅੱਗੇ ਕਿੱਦਾਂ ਮੂਵ ਹੋਣਾ ਹੈ। ਮੇਰੀ ਓਨਲੀ ਖੁਆਇਸ਼ ਹੈ ਵੀ ਮੈਂ ਉੱਥੇ ਹੁੰਦੀ, ਮੈਂ ਆਪਣੇ ਬੱਚੇ ਨੂੰ ਜੱਫੀ ਪਾ ਸਕਦੀ, ਉਹਦਾ ਮੱਥਾ ਚੁੰਮ ਸਕਦੀ ਤੇ ਉਹਨੂੰ ਕਹਿ ਸਕਦੀ, ਬੱਚਾ ਹਿੰਮਤ ਨਾ ਹਾਰ। ਤਾਂ ਹੁਣ ਅੱਗੇ ਵਧਦੇ ਹਾਂ ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ, ਪਰ ਇਸ ਸਭ ਦੇ ਵਿਚਾਲੇ ਅਪਡੇਟ ਤੁਹਾਨੂੰ ਇਹ ਵੀ ਦੇ ਦਈਏ ਕਿ ਨਵਜੋਤ ਕੌਰ ਸਿੱਧੂ ਵੀ ਪਟਿਆਲਾ ਪਹੁੰਚ ਚੁੱਕੇ ਨੇ ਤੇ ਹੁਣ ਗੱਲ ਕਾਂਗਰਸ ਨੂੰ ਦਿਨ ਦੇ ਵਿੱਚ ਲੱਗੇ ਦੂਜੇ ਝਟਕੇ ਦੀ ਤੇ ਨਾਮ ਹੈ ਸੁਨੀਲ ਜਾਖੜ। ਜਾਖੜ ਹੁਣ ਬੀਜੇਪੀ ਵਾਲੇ ਹੋ ਚੁੱਕੇ ਨੇ। ਜੀ ਹਾਂ, ਸੁਨੀਲ ਜਾਖੜ ਨੇ ਕਾਂਗਰਸ ਛੱਡਣ ਤੋਂ ਕੁਝ ਦਿਨਾਂ ਬਾਅਦ ਹੀ ਹੁਣ ਬੀਜੇਪੀ ਜੁਆਇਨ ਕਰ ਲਈ ਤੇ ਜਾਖੜ ਦੀ ਜੁਆਇਨਿੰਗ ਦੇ ਸਮੇਂ ਜੇਪੀ ਨੱਡਾ ਬੀਜੇਪੀ ਦੇ ਕੌਮੀ ਪ੍ਰਧਾਨ ਪਹੁੰਚੇ। ਜਾਖੜ ਦਾ ਬੀਜੇਪੀ 'ਚ ਵੈਲਕਮ ਕੀਤਾ। ਸੁਨੀਲ ਜਾਖੜ ਬੀਜੇਪੀ ਦਾ ਧੰਨਵਾਦ ਕਰ ਰਹੇ ਨੇ ਤਾਂ ਉੱਥੇ ਪੁਰਾਣੀ ਪਾਰਟੀ ਕਾਂਗਰਸ ਦੇ ਉੱਤੇ ਇਲਜ਼ਾਮਾਂ ਦੀ ਝੜੀ ਵੀ ਲਗਾ ਰਹੇ। ਚੌਦਾਂ ਮਈ ਨੂੰ ਸੁਨੀਲ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਕਿਹਾ ਤੇ 5 ਦਿਨ ਦੇ ਬਾਅਦ ਦਿੱਲੀ ਦੇ ਵਿੱਚ ਬੀਜੇਪੀ ਦਾ ਪੱਲਾ ਫੜ ਲਿਆ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਜਾਖੜ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਿਆਂ ਜਾਖੜ ਦੀਆਂ ਤਾਰੀਫਾਂ ਦੇ ਪੁੱਲ ਬੰਨੇ। ਜਾਖੜ ਨੂੰ ਤਜਰਬੇਕਾਰ ਦੱਸਦਿਆਂ ਬੀਜੇਪੀ ਦੇ ਲਈ ਐਸਟ ਦੱਸਿਆ। अपनी खास छवि पार्टी से अलग हट करके आपने स्थापित की और किसानों के नेता, युवाओं के दिलों में जगह एक ईमानदार छवि के साथ आपने कई जिम्मेवारियों पर काम किया। ਜਾਖੜ ਨੇ ਕਾਂਗਰਸ ਦੇ ਨਾਲ ਆਪਣੇ ਪਰਿਵਾਰ ਦੇ 50 ਸਾਲ ਦੇ ਰਿਸ਼ਤੇ ਨੂੰ ਯਾਦ ਕਰਦਿਆਂ ਕਿਹਾ ਕਿ ਇੰਨਾ ਆਸਾਨ ਨਹੀਂ ਹੁੰਦਾ 50 ਸਾਲ ਦਾ ਰਿਸ਼ਤਾ ਤੋੜਨਾ, ਪਰ ਇੱਥੇ ਮਸਲਾ ਪੰਜਾਬ ਦੀ ਰਾਸ਼ਟਰੀਅਤ ਅਤੇ ਅਖੰਡਤਾ ਦਾ ਸੀ, ਨਿੱਜੀ ਸਵਾਰਥ ਦਾ ਨਹੀਂ। ਪਰ ਦੂਜੇ ਪਾਸੇ ਰੰਧਾਵਾ ਨੇ ਜਾਖੜ ਨੂੰ ਪਾਵਰ ਦਾ ਭੁੱਖਾ ਲੀਡਰ ਕਰਾਰ ਦਿੱਤਾ। अगर सुनील जाखड़ ने आज एक परिवार से 50 साल का रिश्ता तोड़ने की नौबत आई तो कोई आधारभूत बातें थीं, किसी कोई व्यक्तिगत झगड़ा नहीं था। झगड़ा राष्ट्रीयता को लेके, पंजाब की अखंडता को लेके। 50 ਸਾਲ ਨੇ ਰਿਸ਼ਤਾ ਜੜ ਛੱਡਿਆ। ਮੈਨੂੰ ਇੱਕ ਦਿਨ ਦਾ ਦੱਸੇ ਕਿ ਜਿਸ ਦਿਨ ਇਹਨੂੰ ਪਾਵਰ ਨਹੀਂ ਮਿਲੀ ਤੇ ਜਿੱਦਣ ਇਹਨਾਂ ਦਾ ਘਰ ਪਾਵਰ ਤੋਂ ਵਿਹਲਾ ਹੋਇਆ ਉਦੋਂ ਹੀ ਪੁੱਠੀ ਬਾਜੀ ਇਹਨੇ ਮਾਰੀ, ਕਾਂਗਰਸ ਨੇ ਤੇ ਨਹੀਂ ਮਾਰੀ। ਜਾਖੜ ਨੇ ਕਾਂਗਰਸ ਦੇ ਅਸੂਲਾਂ ਤੋਂ ਭਟਕਣ ਦਾ ਇਲਜ਼ਾਮ ਲਾਇਆ ਤਾਂ ਰੰਧਾਵਾ ਨੇ ਜਾਖੜ ਦੀ ਹੀ ਸੋਚ ਤੇ ਸਵਾਲ ਖੜੇ ਕਰ ਦਿੱਤੇ। कहते हैं कोई शीशा नहीं है कि पहले हम इंसान हैं, हमने रिश्तों को निभाया है असूलों की तरह, पर जब असूल ही टूट जाएं, जब हम अपने सिद्धांत से हट जाएं, अपनी आइडियोलॉजी से हट जाएं, तो मैं समझता हूं दिस इज अ राइट टाइम टू हैव अ रीथिंक। ਇੰਨਾ ਕੁਝ ਬੋਲ ਜਾਣਾ ਤੇ ਯਾਰ ਇੰਨੀ ਫਰਸਟ੍ਰੇਸ਼ਨ ਔਰ ਇੰਨੀ ਘਟੀਆਪਨ ਤੇ ਉੱਤਰ ਆਉਣਾ ਬਹੁਤ ਅਫਸੋਸ ਹੋਇਆ। ਪੰਜਾਬ ਦੇ ਵਿੱਚ ਕਾਂਗਰਸ ਦਾ ਵੱਡਾ ਹਿੰਦੂ ਚਿਹਰਾ ਰਹੇ ਸੁਨੀਲ ਜਾਖੜ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ। ਬੀਜੇਪੀ 'ਚ ਉਹਨਾਂ ਦੀ ਭੂਮਿਕਾ ਨੂੰ ਲੈ ਕੇ ਹੁਣ ਸਭ ਦੀ ਨਜ਼ਰ ਹੈ। ਦੂਜੇ ਪਾਸੇ ਉਹਨਾਂ ਦੇ ਭਤੀਜੇ ਅਤੇ ਹਬੋਰ ਤੋਂ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਦੇ ਅਗਲੇ ਕਦਮ ਦੀ ਵੀ ਸਿਆਸੀ ਗਲਿਆਰੇ ਦੇ ਵਿੱਚ ਚਰਚਾ ਹੋਣ ਲੱਗੀ ਹੈ।
ਦਿੱਲੀ ਤੋਂ ਰਵੀ ਮਿਸ਼ਰਾ ਦੇ ਨਾਲ, ਚੰਡੀਗੜ੍ਹ ਤੋਂ ਨਪਿੰਦਰ ਬਰਾੜ, ਸਿਟੀ।